ਹੈਲੋ ਗੁੱਡ ਮਾਰਨਿੰਗ ਪੁੱਤਰ। ਬੱਚੇ ਸਾਡਾ ਜਿਹੜਾ ਆਪਾਂ ਟੌਪਿਕ ਅੱਜ ਕਰਨ ਲੱਗੇ ਆ ਉਹਦਾ ਨਾਮ ਹੈਗਾ ਆ ਐਲਕੇਨਸ ਐਂਡ ਸਾਈਕਲੋ ਐਲਕੇਨਸ। ਐਲਕੇਨ ਸਾਨੂੰ ਪਤਾ ਹੀ ਆ ਜਿਹਦੇ ਵਿੱਚ ਕਾਰਬਨ ਕਾਰਬਨ ਸਿੰਗਲ ਬੌਂਡ ਹੁੰਦਾ ਆ। ਜੇ ਆਪਾਂ ਐਲਕੇਨਸ ਦੀ ਗੱਲ ਕਰੀਏ ਪਹਿਲਾਂ ਇਹਦੇ ਵਿੱਚ ਬੇਸਿਕਲੀ ਮੂਹਰੇ ਉਹਨਾਂ ਨੇ ਦਿੱਤਾ ਹੋਇਆ ਕਿ ਨੇਮਿੰਗ ਵਗੈਰਾ ਕਿਸ ਤਰ੍ਹਾਂ ਕਰ ਸਕਦੇ ਆ, ਹੋਰ ਕਾਫੀ ਕੁਝ ਲਿਖਿਆ ਹੋਇਆ ਸੀਗਾ। ਆਈਸੋਮਰ ਕਿਹੜੇ ਹੁੰਦੇ ਆ ਇਹਦੇ, ਉਹ ਸਾਰਾ ਜਿਹੜਾ ਮੈਂ ਵੀਡੀਓਜ਼ ਪਹਿਲਾਂ ਪਾਈਆਂ ਹੋਈਆਂ ਤੁਸੀਂ ਉਹਦੇ ਵਿੱਚੋਂ ਦੇਖ ਸਕਦੇ ਆ। ਉਹੀ ਸਾਰਾ ਰਿਪੀਟ ਹੋ ਰਿਹਾ। ਮੇਨਲੀ ਜੇ ਆਪਾਂ ਟੌਪਿਕ ਨੂੰ ਫੜੀਏ ਚੰਗੀ ਤਰ੍ਹਾਂ ਤੇ ਇਹਦਾ ਸਭ ਤੋਂ ਪਹਿਲਾਂ ਮੇਨ ਆਣਾ ਆ ਪ੍ਰੈਪਰੇਸ਼ਨ ਆਫ ਐਲਕੀਨਸ। ਐਲਕੇਨਸ ਪ੍ਰੈਪਰੇਸ਼ਨ ਕਿਸ ਤਰ੍ਹਾਂ ਕਰ ਸਕਦੀਆਂ ਐਲਕੀਨਸ ਦੀ। ਇਹ ਜਿਹੜੀ ਪ੍ਰੈਪਰੇਸ਼ਨ ਆ ਜਿਹੜੀ ਮੈਂ ਤੁਹਾਨੂੰ ਦੱਸਣੀ ਆ ਉਹ ਹੀ ਕਰਨ ਦੀ ਲੋੜ ਆ। ਜ਼ਿਆਦਾ ਕੁਛ ਪਹਿਲਾਂ ਤਾਂ ਦੇਖੋ ਪੜ੍ਹਨਾ ਕਿਸ ਤਰ੍ਹਾਂ, ਇਹਦੇ ਵਿੱਚ ਜ਼ਿਆਦਾ ਡਰਨ ਦੀ ਲੋੜ ਨਹੀਂ ਹੁੰਦੀ। ਸਾਡੇ ਕੋਲ ਹੈਗਾ ਮੈਥਡਸ ਆਫ ਪ੍ਰੈਪਰੇਸ਼ਨ ਆ ਨਾ। ਪਹਿਲਾਂ ਹੈਗੇ ਆ ਹਾਈਡਰੋਜਨੇਸ਼ਨ ਆਫ ਅਨਸੈਚੂਰੇਟਡ ਹਾਈਡਰੋਕਾਰਬਨ। ਹੁਣ ਅਨਸੈਚੂਰੇਟਡ ਹਾਈਡਰੋਕਾਰਬਨ ਕਿਹੜੇ ਹੁੰਦੇ ਆ? ਅਨਸੈਚੂਰੇਟਡ ਹੁੰਦੇ ਆ ਜਿਨ੍ਹਾਂ ਦੇ ਵਿੱਚ ਜਾਂ ਤਾਂ ਡਬਲ ਬੌਂਡ ਲੱਗਾ ਹੋਵੇ ਜਾਂ ਟ੍ਰਿਪਲ ਬੌਂਡ ਲੱਗਾ ਹੋਵੇ, ਉਹਨਾਂ ਨੂੰ ਆਪਾਂ ਅਨਸੈਚੂਰੇਟਡ ਬੋਲਦੇ ਹਾਂ। ਹੁਣ ਜੇ ਡਬਲ ਜਾਂ ਟ੍ਰਿਪਲ ਦੇ ਵਿੱਚ ਆਪਾਂ ਹਾਈਡਰੋਜਨ ਐਡ ਕਰਾਂਗੇ ਇਹਨੇ ਸਿੰਗਲ ਬਣ ਜਾਣਾ। ਇਹਦੇ ਵਿੱਚ ਹਾਈਡਰੋਜਨ ਐਡ ਕੀਤੀ ਇਹਨੇ ਵੀ ਸਿੰਗਲ ਬਣ ਜਾਣਾ। ਠੀਕ ਹੈ, ਬੇਸਿਕਲੀ ਸਾਡਾ ਹੈਗਾ ਹਾਈਡਰੋਜਨੇਸ਼ਨ ਆਫ ਅਨਸੈਚੂਰੇਟਡ ਹਾਈਡਰੋਕਾਰਬਨਸ। ਫੋਰ ਐਗਜ਼ਾਮਪਲ ਐਲਕੀਨ ਆ, ਇਹ ਐਲਕੀਨ ਦਾ ਜਨਰਲ ਫਾਰਮੂਲਾ ਹੁੰਦਾ ਹੈ। ਠੀਕ ਹੈ, ਐਲਕੀਨ ਆ, ਐਲਕੀਨ ਦਾ ਜਨਰਲ ਫਾਰਮੂਲਾ, ਇਹਦੇ ਵਿੱਚ ਆਪਾਂ ਹਾਈਡਰੋਜਨ ਐਡ ਕੀਤੀ ਇਨ ਦੀ ਪ੍ਰੈਜ਼ੈਂਸ ਆਫ ਨਿਕਲ। ਇਹ ਟੈਂਪਰੇਚਰ ਆ, ਉਹਦੇ ਤੋਂ ਆ ਬਣ ਗਿਆ ਐਲਕੇਨ। ਕੀ ਬਣ ਗਿਆ ਇਹ? ਐਲਕੇਨ। ਇਹ ਵਾਲਾ ਐਲਕੇਨ ਦਾ ਜਨਰਲ ਫਾਰਮੂਲਾ ਹੈ। ਇਹ ਜਿਹੜੇ ਜਨਰਲ ਫਾਰਮੂਲੇ ਨੇ ਇਹਨਾਂ ਨੂੰ ਜ਼ਰੂਰ ਯਾਦ ਰੱਖਣਾ। ਇਹ 'ਚੋਂ ਵੀ ਕੁਐਸਚਨ ਪੁੱਛ ਲੈਂਦੇ ਹੁੰਦੇ ਆ ਕਈ ਵਾਰੀ। ਪੁੱਟ ਕਰਕੇ ਦੇਖ ਲਓ, ਐਨ ਨੂੰ 1 2 ਪੁੱਟ ਕਰ ਲਓ, ਐਨ ਨੂੰ 3 ਪੁੱਟ ਕਰ ਲਓ। ਇਹਦੇ ਵਿੱਚ ਡਬਲ ਬੌਂਡ ਆਣਾ ਹੀ ਆਣਾ ਹੈ। ਇਹਦੇ ਵਿੱਚ ਕਰੂੰਗੇ ਇਹਦੇ ਵਿੱਚ ਸਿੰਗਲ ਬੌਂਡ ਹੀ ਰਹਿਣੇ ਆ, ਤਾਂ ਕਰਕੇ ਇਹਨੂੰ ਆਪਾਂ ਜਨਰਲ ਫਾਰਮੂਲਾ ਬੋਲ ਦਿੰਦੇ ਹਾਂ। ਮਤਲਬ ਕਿ ਜਦੋਂ ਐਲਕੀਨ ਦੇ ਵਿੱਚ ਇੱਕ ਡਬਲ ਬੌਂਡ ਆ, ਜਦੋਂ ਆਪਾਂ ਹਾਈਡਰੋਜਨ ਪਾਈ ਆ ਡਬਲ ਬੌਂਡ ਦੀ ਜਗ੍ਹਾ ਸਿੰਗਲ ਆ ਜਾਣਾ। ਇੱਕ ਹਾਈਡਰੋਜਨ ਇੱਧਰ ਲੱਗ ਜਾਣੀ, ਇੱਕ ਹਾਈਡਰੋਜਨ ਇੱਧਰ ਲੱਗ ਜਾਣੀ। ਦੇਖੋ ਡਬਲ ਦੀ ਜਗ੍ਹਾ ਸਿੰਗਲ ਆ ਗਿਆ, ਇੱਕ ਹਾਈਡਰੋਜਨ ਇਸ ਤਰਫ ਲੱਗ ਗਏ, ਇੱਕ ਹਾਈਡਰੋਜਨ ਇਸ ਤਰਫ ਲੱਗ ਗਏ। ਠੀਕ ਹੈ, ਹੁੰਦੀ ਹੈ ਹਾਈਡਰੋਜਨੇਸ਼ਨ। ਆਪਾਂ ਹਾਈਡਰੋਜਨੇਸ਼ਨ ਦੀ ਮਦਦ ਦੇ ਨਾਲ, ਹਾਈਡਰੋਜਨੇਸ਼ਨ ਮਤਲਬ ਐਡੀਸ਼ਨ ਆਫ ਹਾਈਡਰੋਜਨ, ਉਹਦੇ ਨਾਲ ਆਪਾਂ ਐਲਕੇਨ ਦੀ ਫਾਰਮੇਸ਼ਨ ਕਰ ਸਕਦੇ ਹਾਂ। ਜੇ ਆਪਾਂ ਐਲਕਾਈਨ ਦਾ ਇਹ ਜਨਰਲ ਫਾਰਮੂਲਾ ਆ, ਐਲਕਾਈਨ ਦੇ ਵਿੱਚ 2 ਹਾਈਡਰੋਜਨ ਪੈਣੇ ਆ। 2 ਹਾਈਡਰੋਜਨ ਪਏ, ਨਿਕਲ ਦੀ ਪ੍ਰੈਜ਼ੈਂਸ ਦੇ ਵਿੱਚ ਕੀ ਬਣ ਗਿਆ? ਐਲਕੇਨ ਬਣ ਗਿਆ। ਠੀਕ ਹੈ, ਆ ਦੇਖੋ ਕੀਤਾ ਹੋਇਆ ਆ। ਐਸੀਟਾਈਲੀਨ ਸੀਗਾ, 2 ਹਾਈਡਰੋਜਨ ਪਾਏ, ਟ੍ਰਿਪਲ ਬੌਂਡ ਦੀ ਜਗ੍ਹਾ ਸਿੰਗਲ ਆ ਜਾਣਾ। 2 ਹਾਈਡਰੋਜਨ ਇਸ ਤਰਫ ਲੱਗ ਗਏ, 2 ਹਾਈਡਰੋਜਨ ਇਸ ਤਰਫ ਲੱਗ ਗਏ। ਠੀਕ ਹੈ ਨਾ। ਇਹ ਜਿਹੜਾ ਇਹਦਾ ਮੇਨ ਨਾਮ ਸੀਗਾ ਸੈਬਰਟੇਅਰ ਸੈਂਡਰਸਨ ਰਿਐਕਸ਼ਨ। ਠੀਕ ਹੈ ਨਾ, ਇਹ ਵਾਲਾ ਇਹਦਾ ਕਾਮਨ ਨੇਮ ਹੁੰਦਾ ਹੈ। ਉਹ ਕਾਮਨ ਨੇਮ ਦੇ ਨਾਲ ਵੀ ਪੁੱਛ ਸਕਦੀ ਹੈ, ਸੈਬਰਟੇਅਰ ਸੈਂਡਰਸਨ ਰਿਐਕਸ਼ਨ। ਇਹਦੀ ਇੱਕ ਲਿਮਿਟੇਸ਼ਨ ਹੁੰਦੀ ਹੈ। ਲਿਮਿਟੇਸ਼ਨ ਇਹ ਹੁੰਦੀ ਹੈ ਕਿ ਇਸ ਮੈਥਡ ਦੇ ਨਾਲ ਆਪਾਂ ਮੀਥੇਨ ਦੀ ਪ੍ਰੈਪਰੇਸ਼ਨ ਨਹੀਂ ਕਰ ਸਕਦੇ। ਇਹ ਯਾਦ ਰੱਖਣਾ, ਮੀਥੇਨ ਕੈਨੋਟ ਬੀ ਪ੍ਰਪੇਅਰਡ ਬਾਏ ਦਿਸ ਮੈਥਡ। ਇਹ ਮੈਥਡ ਦੇ ਨਾਲ ਆਪਾਂ ਮੀਥੇਨ ਦੀ ਪ੍ਰੈਪਰੇਸ਼ਨ ਨਹੀਂ ਕਰ ਸਕਦੇ। ਫਿਰ ਸਾਡਾ ਦੂਸਰਾ ਹੈਗਾ ਰਿਡਕਸ਼ਨ ਆਫ ਐਲਕਾਈਲ ਹੈਲਾਈਡ। ਹੁਣ ਇਹ ਵੀ ਵਰਡ ਯਾਦ ਰੱਖਣਾ ਕਿ ਰਿਡਕਸ਼ਨ ਹੀ ਕਾਹਤੇ ਬੋਲ ਰਿਹਾ ਹੈ। ਰਿਡਕਸ਼ਨ ਤਾਂ ਬੋਲ ਰਿਹਾ ਹੈ ਕਿਉਂਕਿ ਹਰ ਵਾਰ ਉਹ ਇਲੈਕਟ੍ਰੋਨੈਗੇਟਿਵ ਸਬਸਟਾਂਸ ਲਾਉਂਦਾ ਪਿਆ ਆ, ਉਹਦੀ ਜਗ੍ਹਾ ਹਾਈਡਰੋਜਨ ਲਗਾ ਰਿਹਾ ਹੈ। ਠੀਕ ਹੈ, ਜਿੱਦਾਂ ਦੇਖੋ ਆ ਸਾਡੇ ਕੋਲ Cl ਆ, ਇਹ ਲਾ ਕੇ ਇਹਦੀ ਜਗ੍ਹਾ ਹਾਈਡਰੋਜਨ ਲਗਾਉਂਦਾ ਪਿਆ, ਤਾਂ ਕਰਕੇ ਆਪਾਂ ਇਹਨੂੰ ਰਿਡਕਸ਼ਨ ਬੋਲਦੇ ਪਏ ਆ। ਸਭ ਤੋਂ ਪਹਿਲਾ ਮੈਥਡ ਹੈਗਾ ਡਾਇਰੈਕਟ ਰਿਡਕਸ਼ਨ। RX, R ਮਤਲਬ ਐਲਕਾਈਲ ਗਰੁੱਪ, X ਮਤਲਬ ਹੈਲੋਜਨ ਐਟਮ, ਹੈਲਾਈਡ ਐਟਮ। RX ਸੀਗਾ, ਉਹਦੇ ਵਿੱਚ ਆਪਾਂ ਜ਼ਿੰਕ H ਪੋਜ਼ਿਟਿਵ, ਜੇ H ਪੋਜ਼ਿਟਿਵ ਲਿਖ ਰਿਹਾ ਮਤਲਬ ਜ਼ਿੰਕ ਪਾਇਆ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ। R ਦੇ ਨਾਲ ਕੀ ਲੱਗ ਗਿਆ? H ਲੱਗ ਗਿਆ, ਇੱਕ HX ਬਾਹਰ। ਜਿੱਦਾਂ ਇਹ ਆ ਬਿਊਟਾਈਲ ਬਰੋਮਾਈਡ ਆ, Br ਲੱਗਾ ਹੋਇਆ ਆ, ਇਹਦੀ ਰਿਡਕਸ਼ਨ ਕੀਤੀ ਜ਼ਿੰਕ H ਪੋਜ਼ਿਟਿਵ ਦੀ ਪ੍ਰੈਜ਼ੈਂਸ ਦੇ ਵਿੱਚ। ਆ Br ਬਾਹਰ ਨਿਕਲ ਜਾਣਾ, ਉਹਦੀ ਜਗ੍ਹਾ H ਲੱਗ ਗਿਆ। ਠੀਕ ਹੈ, ਇਹ ਡਾਇਰੈਕਟ ਰਿਡਕਸ਼ਨ ਆ। ਇਹਦੇ ਬਾਅਦ ਵਿੱਚ ਇਹ ਤਾਂ ਚਲੋ ਸਿੰਪਲ ਹੀ ਆ। ਇਹ ਮਤਲਬ ਇਹ ਵੀ ਰਿਐਕਸ਼ਨਸ 1-2 ਵਾਰੀ ਲਿਖ ਕੇ ਦੇਖ ਲੈਣੀਆਂ, ਪੜ੍ਹ ਲੈਣੀਆਂ। ਹੁਣ ਇਹਨੂੰ ਯਾਦ ਤਾਂ ਕਿਆ ਕਰਨਾ ਹੁੰਦਾ ਹੈ, ਕੈਟਾਲਿਸਟ ਯਾਦ ਕਰ ਲੈਣਾ ਕਿਹੜਾ ਯੂਜ਼ ਹੋ ਰਿਹਾ, ਅਦਰਵਾਈਜ਼ ਕੋਈ ਲੋੜ ਨਹੀਂ ਹੁੰਦੀ ਜ਼ਿਆਦਾ ਪੜ੍ਹਨ ਦੀ। ਫਿਰ ਇਹ ਆ ਜਾਂਦਾ ਰਿਡਕਸ਼ਨ ਥਰੂ ਫਾਰਮੇਸ਼ਨ ਆਫ ਗ੍ਰਿਗਨਾਰਡ ਰੀਏਜੈਂਟ। ਗ੍ਰਿਗਨਾਰਡ ਰੀਏਜੈਂਟ ਦਾ ਕਾਫੀ ਰੋਲ ਆ
ਬਹੁਤ ਇੰਪੋਰਟੈਂਟ ਆ ਕੈਮਿਸਟਰੀ ਦੇ ਵਿੱਚ, ਇਹ ਬਹੁਤ ਜਗ੍ਹਾ ਤੇ ਯੂਜ਼ ਹੁੰਦਾ ਆ। ਜਿਹੜਾ ਇਹਨੂੰ ਆਪਾਂ ਸਿੰਪਲ ਲਿਖਦੇ ਆ RMgX ਕਰਕੇ। R ਮਤਲਬ ਕੋਈ ਅਲਕਾਈਲ ਗਰੁੱਪ, Mg ਮੈਗਨੀਸ਼ੀਅਮ, X ਮਤਲਬ ਹੈਲੋਜਨ। ਹੁੰਦਾ ਕੀ ਹੈ, ਜਿਹੜਾ ਅਲਕਾਈਲ ਹਲਾਈਡ ਆ RX ਅਲਕਾਈਲ ਹਲਾਈਡ ਆ, ਇਹਦੇ ਵਿੱਚ ਆਪਾਂ ਮੈਗਨੀਸ਼ੀਅਮ ਪਾਇਆ। ਜਦੋਂ ਇਹਦੇ ਵਿੱਚ ਮੈਗਨੀਸ਼ੀਅਮ ਪਾਣਾ, ਇਹ ਇਹਨਾਂ ਦੇ ਗੱਭੇ ਜਾ ਕੇ ਬੈਠ ਜਾਂਦਾ। RX ਦੇ ਵਿੱਚ ਮੈਗਨੀਸ਼ੀਅਮ ਪਾਇਆ ਇਨ ਦੀ ਪ੍ਰੈਜ਼ੈਂਸ ਆਫ ਡਰਾਈ ਈਥਰ। ਡਰਾਈ ਈਥਰ ਦੀ ਪ੍ਰੈਜ਼ੈਂਸ ਦੇ ਵਿੱਚ ਜਦੋਂ ਆਪਾਂ RX ਦੇ ਵਿੱਚ ਮੈਗਨੀਸ਼ੀਅਮ ਪਾਇਆ, ਇਹ ਇਹਨਾਂ ਦੇ ਸੈਂਟਰ 'ਚ ਬੈਠ ਗਿਆ। ਕੀ ਬਣ ਗਿਆ? RMgX। ਜਿਹੜਾ RMgX ਬਣਿਆ, ਇਹ ਸਾਡੇ ਕੋਲ ਹੈਗਾ ਗ੍ਰਿਗਨਾਰਡ ਰੀਏਜੈਂਟ, ਬਹੁਤ ਇੰਪੋਰਟੈਂਟ ਆ। ਹੁਣ ਕੀਤਾ ਕਿ ਅਗਲੇ ਸਟੈਪ ਦੇ ਵਿੱਚ ਜਿਹੜਾ RMgX ਆ, ਉਹਦੇ ਵਿੱਚ ਵਾਟਰ ਪਾਇਆ। ਆਪਾਂ ਰਿਐਕਸ਼ਨ ਇੱਥੇ ਕਰਕੇ ਦੇਖ ਲੈਂਦੇ ਆ। ਸਾਡੇ ਕੋਲ RMgX ਸੀਗਾ, ਜਿਸ ਤਰ੍ਹਾਂ ਇਹਦੇ ਵਿੱਚ ਆਪਾਂ ਵਾਟਰ ਪਾਇਆ। ਵਾਟਰ ਇਸ ਤਰ੍ਹਾਂ ਹੁੰਦਾ ਆ। ਹੁਣ ਇੱਕ ਪਾਸੇ R ਦੇ ਨਾਲ ਆ H ਨੇ ਜੁੜ ਜਾਣਾ ਆ। ਕੀ ਬਣ ਗਿਆ ਦੇਖੋ, R ਤੇ H ਜੁੜ ਗਿਆ, ਨਾਲ MgXOH। ਇਹ ਚੀਜ਼ ਬਣ ਜਾਣੀ। ਦੇਖ ਲਓ ਕਿਸ ਤਰ੍ਹਾਂ ਬਣਿਆ। R ਦੇ ਨਾਲ ਹਾਈਡਰੋਜਨ ਜੁੜ ਗਿਆ, ਦੂਸਰੇ ਪਾਸੇ ਕੀ ਬਣ ਗਿਆ? MgXOH। ਆ ਸੀਗਾ RMgXOH ਪਾਇਆ, RH ਨਾਲ MgXOH। ਜੇ ਆਪਾਂ ਵਿਦ ਕੋਈ ਐਗਜ਼ਾਮਪਲ ਕਰੀਏ, CH3MgI, ਇਹ ਹੈਗਾ ਮਿਥਾਈਲ ਮੈਗਨੀਸ਼ੀਅਮ ਆਇਓਡਾਈਡ, ਹੈਗਾ ਗ੍ਰਿਗਨਾਰਡ ਰੀਏਜੈਂਟ ਹੀ ਆ। ਵਾਟਰ ਪਾਇਆ H ਦੇ ਨਾਲ, ਆ H ਨੇ ਇਹ CH3 ਦੇ ਨਾਲ ਮਿਲ ਕੇ ਕੀ ਬਣਾਤਾ? CH4 ਬਣ ਗਿਆ। MgI ਨਾਲ OH ਲੱਗ ਗਿਆ। ਇੱਥੇ I ਲੱਗਣਾ ਸੀ, ਚਲੋ ਨਹੀਂ ਲਗਾਇਆ, ਉਹਨੇ X ਲਿਖ ਦਿੱਤਾ। ਗੱਲ ਸਮਝ ਲੱਗ ਗਈ? ਮਤਲਬ ਕਿ ਵਾਟਰ ਵਾਲਾ H ਇੱਧਰ ਜੁੜ ਜਾਂਦਾ, MgX ਨਾਲ OH ਜੁੜ ਜਾਂਦਾ ਜਦੋਂ ਆਪਾਂ ਉਹਦੇ ਵਿੱਚ ਵਾਟਰ ਪਾਣੇ। ਇਹ ਕਾਫੀ ਇੰਪੋਰਟੈਂਟ ਆ, ਠੀਕ ਹੈ। ਫਿਰ ਜਿਹੜੀ ਅਗਲੀ ਸਾਡੀ ਰਿਐਕਸ਼ਨ ਹੈਗੀ, ਉਹ ਹੈਗੀ ਆ ਵੁਡਸ ਰਿਐਕਸ਼ਨ। ਪਲੱਸ 2 ਦੇ ਵਿੱਚ ਬਹੁਤ ਇੰਪੋਰਟੈਂਟ ਆ, ਬਹੁਤ ਵਾਰ ਆਪਾਂ ਪੜ੍ਹੀ ਹੋਈ ਆ। ਵੁਡਸ ਰਿਐਕਸ਼ਨ ਦੇ ਵਿੱਚ ਆਪਾਂ ਅਲਕਾਈਲ ਹੈਲਾਈਡ ਲੈਂਦੇ ਆ। ਦੋ ਅਲਕਾਈਲ ਹੈਲਾਈਡ, ਇੱਕ ਆਹ ਲਿਖ ਲਿਆ, ਇੱਕ ਇੱਧਰ ਲਿਖ ਲਿਆ, ਠੀਕ ਆ। ਇਹਦੇ ਵਿੱਚ ਸੋਡੀਅਮ ਪਾਣੀ ਆ। ਸੋਡੀਅਮ ਆਹ ਵਾਲੇ X ਤੇ ਆਹ ਵਾਲੇ ਜਿਹੜਾ ਹੈਲੋਜਨ ਹੈਲਾਈਡ ਹੈ, ਇਹਨੂੰ ਲੈ ਕੇ ਭੱਜ ਜਾਂਦਾ, ਬਣ ਕੇ ਜਾਂਦਾ R ਦੇ ਨਾਲ ਜੁੜ ਜਾਂਦਾ ਹੈ, ਠੀਕ ਹੈ। ਇਹ ਰਿਐਕਸ਼ਨ ਆਪਾਂ ਲਿਖ ਕੇ ਵੀ ਦੇਖ ਲੈਂਦੇ ਆ। ਜਿੱਦਾਂ ਸਾਡੇ ਕੋਲ ਇੱਕ RX ਇਸ ਤਰ੍ਹਾਂ ਲਿਖ ਲਓ। ਇਹਦੇ ਵਿੱਚ ਆਪਾਂ 2Na ਪਾਇਆ। ਇਹ ਵਾਲਾ ਸੋਡੀਅਮ ਨੇ ਕਿਨੇ ਲੈ ਜਾਣਾ? R ਨੇ R ਦੇ ਨਾਲ ਜੁੜ ਜਾਣਾ, ਪਲੱਸ 2NaX ਬਾਹਰ ਨਿਕਲ ਜਾਣਾ। ਪਾਣਾ ਹੈਗਾ ਡਰਾਈ ਈਥਰ ਦੀ ਪ੍ਰੈਜ਼ੈਂਸ ਦੇ ਵਿੱਚ। ਕਿਹਦੀ ਪ੍ਰੈਜ਼ੈਂਸ 'ਚ ਪਾਣਾ ਆ? ਡਰਾਈ ਈਥਰ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਰਿਐਕਸ਼ਨ ਕਰਵਾਣੀ ਹੈ, ਓਕੇ। ਦੇਖੋ ਵੁਡਸ ਰਿਐਕਸ਼ਨ ਦੇ ਵਿੱਚ ਐਲਕਾਈਲ ਹੈਲਾਈਡ ਹੁੰਦੇ ਆ RX। ਜਦੋਂ ਪੇਪਰ ਦੇ ਵਿੱਚ ਆਣਾ, ਪੇਪਰ ਦੇ ਵਿੱਚ ਉਹਨੇ ਇਸ ਤਰ੍ਹਾਂ ਲਿਖਿਆ ਹੋਣਾ RX, ਇਹਦੇ ਵਿੱਚ ਸੋਡੀਅਮ ਪਾਇਆ, ਕੰਪਲੀਟ ਦਾ ਰਿਐਕਸ਼ਨ। ਇਹਦਾ ਮਤਲਬ ਇਹ ਨਹੀਂਗਾ ਕਿ ਤੁਹਾਨੂੰ ਪਤਾ ਨਾ ਲੱਗੇ ਕੀ ਕਰਨਾ ਹੈ। RX ਮਤਲਬ ਤੁਸੀਂ ਇੱਦਾਂ ਲਿਖ ਦੇਣਾ RR ਪਲੱਸ 2NaX, ਠੀਕ ਹੈ। ਉੱਪਰ ਡਰਾਈ ਈਥਰ ਜ਼ਰੂਰ ਲਿਖਿਆ ਹੋਣਾ ਉਹਨੇ। ਇਸ ਤਰ੍ਹਾਂ ਕਰਨਾ ਹੈ। ਪੇਪਰ ਦੇ ਵਿੱਚ ਉਹਨੇ ਇੱਕ ਹੀ ਅਲਕਾਈਲ ਹੈਲਾਈਡ ਦਿੱਤਾ ਹੋਣਾ, ਤੁਹਾਨੂੰ ਸੋਡੀਅਮ ਤੇ ਡਰਾਈ ਈਥਰ ਤੋਂ ਪਤਾ ਲੱਗਣਾ ਕਿ ਕਿਹੜੀ ਰਿਐਕਸ਼ਨ ਆ ਵੁਡਸ ਰਿਐਕਸ਼ਨ ਆ, ਤੇ ਆਪਾਂ ਇਹਨੂੰ ਕਿਸ ਤਰ੍ਹਾਂ ਕੰਪਲੀਟ ਕਰਨਾ ਆ। ਵੈਸੇ ਜਿਹੜੀਆਂ ਰਿਐਕਸ਼ਨ ਆ ਮੈਂ ਬੜੇ ਚੰਗੇ ਢੰਗ ਨਾਲ ਕਰਵਾਈ ਹੋਈ ਆ, ਤੁਸੀਂ ਦੇਖ ਲਿਓ। ਵੁਡਸ ਰਿਐਕਸ਼ਨ, ਵੁਡਸ ਫਿਟਿਕ ਰਿਐਕਸ਼ਨ ਤੇ ਕੱਲੀ ਫਿਟਿਕ ਰਿਐਕਸ਼ਨ। ਆ ਦੇਖੋ ਇਹਨੇ ਐਗਜ਼ਾਮਪਲ ਲਿਆ ਮਿਥਾਈਲ ਆਇਓਡਾਈਡ। ਇੱਕ ਆ ਮਿਥਾਈਲ ਆਇਓਡਾਈਡ ਲੈ ਲਿਆ, ਉਹਦੇ ਵਿੱਚ 2 ਸੋਡੀਅਮ ਪਾਏ ਆ। ਇੱਕ ਸੋਡੀਅਮ ਨੇ ਆਹ ਵਾਲੇ ਆਈ ਨੂੰ 2Na ਬਾਹਰ ਨਿਕਲ ਗਿਆ, ਇਹ ਵਾਲਾ CH3 ਇਹ ਵਾਲੇ CH3 ਦੇ ਨਾਲ ਜੁੜ ਗਿਆ। ਇਸੇ ਤਰ੍ਹਾਂ ਹੀ ਆ ਇਥਾਈਲ ਬ੍ਰੋਮਾਈਡ ਆ, ਇੱਕ ਆ ਇਥਾਈਲ ਬ੍ਰੋਮਾਈਡ ਆ, 2 ਸੋਡੀਅਮ ਪਾਏ। ਹੁਣ ਦੇਖੋ ਕਿਤੇ ਨਾ ਕਿਤੇ ਆਪਾਂ ਇਹਦੇ ਵਿੱਚ ਦੋਨੋਂ ਸੇਮ ਤਰ੍ਹਾਂ ਦੇ ਲੈਣੇ ਪਏ ਆ, ਠੀਕ ਹੈ। ਇੱਧਰ ਵੀ ਮਿਥਾਈਲ ਆਇਓਡਾਈਡ ਲਿਆ, ਇੱਧਰ ਵੀ ਮਿਥਾਈਲ ਆਇਓਡਾਈਡ। ਤਾਂ ਕਰਕੇ ਜਿਹੜਾ ਇਹ ਵਾਲਾ ਆ ਨਾ, ਵੁਡਸ ਰਿਐਕਸ਼ਨ ਦੇ ਅੰਡਰ ਸਿਰਫ ਆਪਾਂ ਸਿਮੈਟ੍ਰੀਕਲ ਐਲਕੇਨ ਬਣਾ ਸਕਦੇ ਹਾਂ। ਸਿਮੈਟ੍ਰੀਕਲ ਐਲਕੇਨ ਮਤਲਬ ਕਿ ਈਵਨ ਨੰਬਰ ਵਾਲੇ। ਅਨਸਿਮੈਟ੍ਰੀਕਲ ਐਲਕੀਨ ਦੇ ਵਿੱਚ ਇਹਦੇ ਨਾਲ ਸਾਈਡ ਪ੍ਰੋਡਕਟ ਬਹੁਤ ਬਣ ਜਾਂਦੇ ਆ, ਠੀਕ ਹੈ ਨਾ। ਸਾਈਡ ਪ੍ਰੋਡਕਟ ਜਿਹੜੇ ਆ ਲਿਮਿਟੇਸ਼ਨਸ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਕਿ ਅਨਸਿਮੈਟ੍ਰੀਕਲ ਐਲਕੀਨ ਬਣਾਉਣ ਲਈ ਇਹ ਜਿਹੜਾ ਮੈਥਡ ਆ ਉਹ ਕਾਮਯਾਬ ਨਹੀਂ ਆ। ਮੈਂ ਤੁਹਾਨੂੰ ਆਪੂ ਉੱਦਾਂ ਪੇਜ ਤੇ ਕਰਵਾ ਦਿੰਦਾ ਇੱਕ ਤੇ। ਦੇਖੋ ਜੇ ਆਪਾਂ ਗੱਲ ਕਰੀਏ, ਮੰਨ ਲਓ ਇੱਕ ਪਾਸੇ ਆਪਾਂ ਲੈ ਲਿਆ CH3
Cl दूसरे पासे ले लिया CH3CH2Cl ਇਹਦੇ ਵਿੱਚ ਆਪਾਂ ਪਾਇਆ ਸੋਡੀਅਮ ਪਾਏ। ਹੁਣ ਇੱਕ ਪਾਸੇ ਆਪਾਂ ਲਿਆ ਮਿਥਾਈਲ ਕਲੋਰਾਈਡ, ਦੂਸਰੇ ਪਾਸੇ ਇਥਾਈਲ ਕਲੋਰਾਈਡ। ਇਸ ਕੇਸ ਦੇ ਵਿੱਚ ਜਿਹੜੇ ਪ੍ਰੋਡਕਟ ਬਣਨੇ ਆ ਇਸ ਤਰ੍ਹਾਂ ਬਣਨੇ, ਇੱਕ ਬਣ ਜਾਣਾ CH3CH3, ਦੂਸਰਾ ਪ੍ਰੋਡਕਟ ਬਣ ਜਾਣਾ CH3CH2CH2CH3, ਇੱਕ ਬਣ ਜਾਣਾ ਇੰਨੇ ਪ੍ਰੋਡਕਟ ਬਣ ਜਾਂਦੇ। ਉਹ ਕਿਉਂ ਬਣਦੇ ਆ? ਇੱਕ ਤਾਂ ਦੇਖੋ ਹੁਣ ਜੇ ਆਪਾਂ ਇੱਥੇ ਸਿਰਫ ਇੱਥੇ ਲਿਖਦੇ ਪਏ ਆ ਇਹਦਾ ਇੱਕ ਇੱਕ ਮੋਲੀਕਿਊਲ, ਅਦਰਵਾਈਜ਼ ਜੇ ਆਪਾਂ ਇਹਨੂੰ ਬੀਕਰ ਦੇ ਵਿੱਚ ਲੈ ਕੇ ਕਰ ਰਹੇ ਆ ਇਹਦੇ ਕਿੰਨੇ ਮੋਲੀਕਿਊਲਸ ਹੁੰਦੇ ਆ, ਇਹਦੇ ਵੀ ਕਿੰਨੇ ਮੋਲੀਕਿਊਲਸ ਹੁੰਦੇ ਆ। ਇੱਕ ਵਾਰੀ ਕੀ ਹੋਇਆ ਆਹ ਜਿਹੜਾ ਦੋ ਵਾਰੀ ਆ, ਦੋ ਇਹਦੇ ਮੋਲੀਕਿਊਲ ਮਿਥਾਈਲ ਕਲੋਰਾਈਡ ਦੇ ਦੋ ਮੋਲੀਕਿਊਲ ਸੀ ਆਪਸ ਦੇ ਵਿੱਚ। ਹੁਣ ਇੱਥੇ ਦੋ ਦੋ ਵੀ ਤਾਂ ਹੋ ਹੀ ਸਕਦੇ ਇਹਦੇ ਮੋਲੀਕਿਊਲ, ਬੀਕਰ ਦੇ ਵਿੱਚ ਪਾਇਆ ਦਾ ਮਤਲਬ ਇਹ ਥੋੜੀ ਕਿ ਇਹਦਾ ਇੱਕ ਮੋਲੀਕਿਊਲ ਹੋਣਾ ਆ। ਇੱਕ ਵਾਰੀ ਇਹਦੇ ਦੋ ਹੀ ਆਪਸ 'ਚ ਕੋਲਾਈਡ ਕਰਕੇ ਇਹਨਾਂ ਨੇ ਆਹ ਵਾਲਾ ਕੰਪਾਊਂਡ ਬਣਾਤਾ। ਫਿਰ ਸੋਡੀਅਮ ਨੇ ਇਹਨਾਂ ਦੋਨਾਂ ਦੇ Cl ਲੈ ਕੇ ਇਹ ਵਾਲਾ ਕੰਪਾਊਂਡ ਬਣ ਗਿਆ, ਪ੍ਰੋਡਕਟ ਬਣ ਗਿਆ। ਫਿਰ ਤੀਸਰੀ ਵਾਰੀ ਕੀ ਹੋਇਆ, ਇੱਕ ਇਹਦਾ ਆਹ ਵਾਲਾ ਮੋਲੀਕਿਊਲ ਚੱਕਿਆ, ਇੱਕ ਇਹ ਵਾਲਾ, ਇਹਦਾ ਕ੍ਰਾਸ ਪ੍ਰੋਡਕਟ ਇਹ ਬਣ ਗਿਆ। ਮਤਲਬ ਕਿ ਇਹਦੇ ਵਿੱਚ ਤਿੰਨ ਪ੍ਰੋਡਕਟ ਬਣ ਜਾਂਦੇ ਆ। ਇਹਦੇ ਨਾਲ ਆਪਾਂ ਅਨਸਿਮੈਟ੍ਰੀਕਲ ਮਤਲਬ ਕਿ ਜਿਹੜੇ ਪ੍ਰੋਪੇਨ ਹੋ ਗਿਆ ਉਹਨਾਂ ਨੂੰ ਕਿਉਂ ਨਹੀਂ ਬਣਾ ਸਕਦੇ? ਕਿਉਂਕਿ ਜੇ ਆਪਾਂ ਵੁਡਸ ਰਿਐਕਸ਼ਨ ਦੇ ਨਾਲ ਇਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਨਾਲ ਸਾਈਡ ਪ੍ਰੋਡਕਟ ਕਾਫੀ ਅਮਾਉਂਟ ਦੇ ਵਿੱਚ ਬਣ ਜਾਂਦੇ ਆ, ਜਿਹੜੀ ਇਹਦੀ ਸਭ ਤੋਂ ਮੇਨ ਲਿਮਿਟੇਸ਼ਨ ਆ, ਡਰਾਬੈਕ ਆ। ਓਕੇ, ਹੁਣ ਬੁੱਕ ਦੇ ਵਿੱਚ ਜਿਹੜੀ ਆ ਥਿਊਰੀ ਦਿੱਤੀ ਹੋਈ ਹੈ ਸਾਰੀ ਇਹ ਐਕਸਪਲੇਨ ਕਰਦੀ ਹੈ ਕਿ ਕਿਉਂ ਨਹੀਂ ਬਣ ਸਕਦਾ। ਠੀਕ ਹੈ, ਇਹਦੇ ਵਿੱਚ ਸਾਈਡ ਪ੍ਰੋਡਕਟ ਜ਼ਿਆਦਾ ਬਣ ਜਾਂਦੇ, ਇਹ ਕਹਾਣੀ ਆ। ਤੇ ਇੰਨਾ ਕੀ ਤੁਸੀਂ ਕਰਨਾ ਆ। ਫਿਰ ਲਿਮਿਟੇਸ਼ਨਸ ਆਫ ਵੁਡਸ ਰਿਐਕਸ਼ਨ, ਇਟ ਇਜ਼ ਸੂਟੇਬਲ ਓਨਲੀ ਫॉर ਪ੍ਰੈਪਰੇਸ਼ਨ ਆਫ ਸਿਮੈਟ੍ਰੀਕਲ ਅਲਕੇਨਸ ਬਣਦੇ ਆ। ਇਟ ਕੈਨੋਟ ਬੀ ਯੂਜ਼ ਟੂ ਪ੍ਰੈਪਰੇਸ਼ਨ ਆਫ ਮੀਥੇਨ, ਮੀਥੇਨ ਇਹਦੇ ਨਾਲ ਵੀ ਨਹੀਂ ਬਣਾ ਸਕਦੇ। ਟਰਸ਼ਰੀ ਐਲਕਾਈਲ ਹੈਲਾਈਡ ਕੈਨੋਟ ਬੀ ਯੂਜ਼ਡ ਇਨ ਦਿਸ ਰਿਐਕਸ਼ਨ, ਇਹਦੇ ਵਿੱਚ ਆਪਾਂ ਟਰਸ਼ਰੀ ਐਲਕਾਈਲ ਹੈਲਾਈਡ ਵੀ ਨਹੀਂ ਯੂਜ਼ ਕਰਦੇ, ਉਹ ਕਿਉਂਕਿ ਉਹ ਐਲੀਮੀਨੇਸ਼ਨ ਰਿਐਕਸ਼ਨ ਦੇ ਦਿੰਦੇ ਆ। ਵੈਸੇ ਤਾਂ ਰੀਜ਼ਨ ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂ, ਜੇ ਪੁੱਛ ਵੀ ਲਵੇ ਤਾਂ ਤੁਸੀਂ ਇਹਦੇ ਵਿੱਚ ਯਾਦ ਰੱਖਣਾ ਕਿਉਂਕਿ ਉਹ ਐਲੀਮੀਨੇਸ਼ਨ ਰਿਐਕਸ਼ਨ ਦੇ ਦਿੰਦੇ ਆ। ਜਿਨ੍ਹਾਂ ਨੇ ਹੁਣ ਇਹਦਾ ਜਿਹੜਾ ਸਬਜੈਕਟਿਵ ਪੇਪਰ ਦੇਣਾ ਆ ਉਹਨਾਂ ਦੇ ਲਈ ਮੈਕੈਨਿਜ਼ਮ ਇੰਪੋਰਟੈਂਟ ਹੁੰਦਾ ਹੈ, ਉਹਨਾਂ ਨੇ ਮੈਕੈਨਿਜ਼ਮ ਜ਼ਰੂਰ ਕਰ ਲੈਣਾ। ਅਗਲੀ ਪ੍ਰੈਪਰੇਸ਼ਨ ਜਿਹੜੀ ਆਪਾਂ ਕਰਨੀ ਆ ਉਹ ਕਰਨੀ ਆ ਬਾਏ ਕੋਰੇ ਹਾਊਸ ਸਿੰਥਸਿਸ, ਇਹ ਵੀ ਆਪਾਂ +1 ਦੇ ਵਿੱਚ ਪੜ੍ਹੀ ਹੋਈ ਆ। ਕੋਰੇ ਹਾਊਸ ਸਿੰਥਸਿਸ ਦੇ ਵਿੱਚ ਕੀ ਹੁੰਦਾ ਆ, ਇਹਦੇ ਵਿੱਚ ਇੱਕ ਐਲਕਾਈਲ ਹੈਲਾਈਡ ਲੈਂਦੇ ਆ, R-X ਲੈ ਲਿਆ ਐਲਕਾਈਲ ਹੈਲਾਈਡ, ਉਹਦੇ ਵਿੱਚ ਪਾਇਆ ਆਪਾਂ ਲੀਥੀਅਮ ਡਾਈ ਐਲਕਾਈਲ ਕਾਪਰ। ਕਿਆ ਪਾਇਆ? ਲੀਥੀਅਮ ਡਾਈ ਐਲਕਾਈਲ ਕਾਪਰ। ਹੁਣ ਆ R- ਆ, ਇਹ R ਕੱਲੀ ਆ, ਮਤਲਬ ਕਿ ਇਹ ਹੋਰ ਕੋਈ ਐਲਕਾਈਲ ਗਰੁੱਪ ਆ, ਇਹ ਵਾਲਾ ਕੋਈ ਹੋਰ ਐਲਕਾਈਲ ਗਰੁੱਪ ਆ। ਇਹਨੂੰ ਡਾਇਰੈਕਟ ਯਾਦ ਰੱਖਣਾ ਹੋਣਾ ਕੀ ਆ, ਇਹ ਵਾਲੇ R- ਨੇ ਤਾਂ ਇੱਕ R ਨੇ ਇੱਧਰੋਂ ਜੁੜ ਕੇ ਕੀ ਬਣਾ ਦੇਣਾ, R ਜੁੜ ਗਿਆ, ਇੱਕ R ਇਹਦੇ ਨਾਲ ਲੱਗਾ ਰਹਿ ਗਿਆ, ਕੀ ਬਣ ਗਿਆ RCu। ਆ ਲੀਥੀਅਮ ਤਾਂ X ਨੇ ਬਣਾਤਾ ਲੀਥੀਅਮ ਹੈਲਾਈਡ। ਹੁਣ ਆ ਰਿਐਕਸ਼ਨ ਦੇਖ ਲਓ, ਇਹ ਰਿਐਕਸ਼ਨ ਇਹ ਯਾਦ ਕਰਨੀ, ਇੱਥੇ ਤੁਹਾਨੂੰ ਕਲੀਅਰ ਹੋ ਜਾਣਾ। ਸਾਡੇ ਕੋਲ ਹੈਗਾ ਆ N ਬਿਊਟਾਈਲ ਬਰੋਮਾਈਡ ਆ, ਉਹਦੇ ਵਿੱਚ ਪਾਇਆ ਆਪਾਂ ਲੀਥੀਅਮ ਡਾਈ ਮਿਥਾਈਲ ਕਾਪਰ, ਲੀਥੀਅਮ ਡਾਈ ਮਿਥਾਈਲ ਕਾਪਰ। ਲੀਥੀਅਮ ਤੇ Br ਬਾਹਰ ਚਲ ਗਿਆ, ਦੇਖੋ ਲੀਥੀਅਮ ਤੇ Br LiBr ਬਾਹਰ ਚਲਾ ਗਿਆ। ਇਹਦੇ ਵਿੱਚੋਂ ਇੱਕ ਅਲਕਾਈਲ ਗਰੁੱਪ ਮਤਲਬ CH3 ਤੇ Cu ਬਾਹਰ ਚਲਾ ਗਿਆ, CH3 ਤੇ Cu ਬਾਹਰ ਚਲਾ ਗਿਆ। ਹੁਣ ਜਿਹੜਾ ਇਹਦੇ ਵਿੱਚੋਂ ਇੱਕ CH3 ਬਚਿਆ ਆ Br ਦੀ ਜਗ੍ਹਾ ਤੁਸੀਂ ਜੋੜ ਦੇਣਾ। ਪਹਿਲਾਂ ਮਤਲਬ ਕਿ 4 ਕਾਰਬਨ ਐਟਮ ਸੀਗੇ, Br ਦੀ ਜਗ੍ਹਾ ਇੱਕ ਹੋਰ CH3 ਲਾਤਾ, 5 ਕਾਰਬਨ ਐਟਮ ਸਾਡੇ ਕੋਲ ਪੈਂਟੇਨ ਬਣ ਗਏ। ਇਸ ਤਰ੍ਹਾਂ ਵੀ ਇਹ ਰਿਐਕਸ਼ਨ ਹੋ ਸਕਦੀ ਆ। ਇਹ ਰਿਐਕਸ਼ਨ ਨੂੰ ਲਿਖ ਕੇ ਯਾਦ ਹੀ ਕਰਨਾ। ਮੈਂ ਤੁਹਾਨੂੰ ਕਹਾਂ ਕਿ ਇੱਦਾਂ ਕੋਈ ਟਰੁੱਕ ਕੁਛ ਨਹੀਂ, ਜਿੰਨੀ ਵਾਰੀ ਲਿਖ ਕੇ ਦੇਖੋਗੇ ਇਹ ਯਾਦ ਹੋ ਜਾਣਗੀਆਂ। ਫਿਰ ਉਹਨੇ ਆ ਦਿੱਤਾ ਹੋਇਆ ਪ੍ਰੈਪਰੇਸ਼ਨ ਕਿਸ ਤਰ੍ਹਾਂ ਕਰਦੇ ਆਪਾਂ, ਆ ਜਿਹੜਾ ਬਣਾਉਂਦੇ ਆ ਲੀਥੀਅਮ ਡਾਈ ਐਲਕਾਈਲ ਕਾਪਰ ਦੀ, RX ਲਿਆ ਐਲਕਾਈਲ ਹੈਲਾਈਡ, ਉਹਦੇ ਵਿੱਚ ਲੀਥੀਅਮ ਪਾਇਆ, R ਐਲਕਾਈਲ ਲੀਥੀਅਮ ਬਣ ਗਿਆ। ਐਲਕਾਈਲ ਲੀਥੀਅਮ ਦੇ ਵਿੱਚ ਅੱਗੇ ਕਾਪਰ ਹੈਲਾਈਡ ਪਾਤਾ, ਉੱਥੋਂ ਸਾਡੇ ਕੋਲ ਆ ਕੰਪਾਊਂਡ ਬਣ ਜਾਂਦਾ। ਠੀਕ ਹੈ, ਸਿੰਪਲ ਪ੍ਰੈਪਰੇਸ਼ਨ ਹੈ, ਇਹਨੂੰ ਦੇਖ ਲੈਣਾ, ਇੱਕ ਵਾਰੀ ਨੋਟ ਕਰ ਲੈਣਾ। ਉਹਦੇ ਬਾਅਦ ਵਿੱਚ ਅਗਲਾ ਹੈਗਾ ਆ ਪ੍ਰੈਪਰੇਸ਼ਨ ਆਫ ਮੀਥੇਨ। ਮੀਥੇਨ ਦੀ ਪ੍ਰੈਪਰੇਸ਼ਨ ਕਿਸ ਤਰ੍ਹਾਂ ਕਰ ਸਕਦੇ ਆ।
ਐਲੂਮੀਨੀਅਮ ਕਾਰਬਾਈਡ ਲਿਆ, ਉਹਦੇ ਵਿੱਚ ਵਾਟਰ ਐਡ ਕੀਤਾ, ਉੱਥੋਂ ਐਲੂਮੀਨੀਅਮ ਹਾਈਡਰੋਕਸਾਈਡ ਨਾਲ ਮੀਥੇਨ ਮੋਲੀਕਿਊਲਸ ਬਣ ਜਾਂਦੇ ਆ। ਠੀਕ ਹੈ, ਇਹ ਕਈ ਵਾਰੀ ਪ੍ਰੈਪਰੇਸ਼ਨ ਪੁੱਛ ਲੈਂਦੇ ਹੁੰਦੇ, ਤਾਂ ਕਰਕੇ ਯਾਦ ਰੱਖਣਾ ਹੈ ਪ੍ਰੈਪਰੇਸ਼ਨ ਆਫ ਈਥੇਨ। ਈਥੇਨ ਦੇ ਤਾਂ ਵੈਸੇ ਆਪਾਂ ਕਾਫੀ ਮੈਥਡ ਪੜ੍ਹ ਲਿਆ ਹੋਇਆ, ਬਟ ਇਹ ਵੀ ਇਹਨਾਂ ਨੇ ਇਥਾਈਲ ਅਲਕੋਹਲ ਲਿਆ, ਉਹਦੇ ਵਿੱਚ ਜ਼ਿੰਕ ਪਾਈ, ਉੱਥੋਂ ਬਣ ਗਿਆ ਜ਼ਿੰਕ ਇਥੋਕਸਾਈਡ। ਤੇ ਜ਼ਿੰਕ ਇਥੋਕਸਾਈਡ ਤੋਂ ਅੱਗੇ ਪਤਾ ਨਹੀਂ ਇਹਨੇ ਕੀ ਕੀਤਾ ਹੋਇਆ, ਇਹਨੂੰ ਛੱਡ ਦਿਓ ਤੁਸੀਂ, ਆ ਇੰਨਾ ਹੀ ਕਰ ਦਿਓ। ਪ੍ਰੈਪਰੇਸ਼ਨ ਆਫ ਮੀਥੇਨ ਇੰਪੋਰਟੈਂਟ ਆ। ਇਥੇਨ ਦੇ ਤਾਂ ਹੋਰ ਵੀ ਕਾਫੀ ਮੈਥਡ ਆ, ਵੁਡਸ ਦੇ ਨਾਲ ਵੀ ਹੋ ਜਾਂਦੀ ਹੈ ਪ੍ਰਪੇਅਰ। ਜੇ ਤੁਹਾਨੂੰ ਪੇਪਰ 'ਚ ਆ ਜਾਵੇ ਕਿ ਰਾਈਟ ਵਨ ਮੈਥਡ ਟੂ ਪ੍ਰਪੇਅਰ ਮੀਥੇਨ, ਮਿਥਾਈਲ ਹੈਲਾਈਡ ਤੋਂ ਵੀ ਪ੍ਰਪੇਅਰ ਕਰ ਸਕਦੇ ਹਾਂ, ਆਹ ਵਾਲੇ ਮੈਥਡ ਦੇ ਨਾਲ ਵੀ ਤੁਸੀਂ ਪ੍ਰਪੇਅਰ ਕਰ ਸਕਦੇ ਹੋ। ਇਹਨੂੰ ਯਾਦ ਕਰ ਲੈਣਾ, ਐਲੂਮੀਨੀਅਮ ਕਾਰਬਾਈਡ ਯੂਜ਼ ਕਰਦੇ ਹਾਂ। ਠੀਕ ਹੈ, ਕਈ ਵਾਰੀ MCQ ਦੇ ਵਿੱਚ ਇਹ ਕੁਐਸਚਨ ਆ ਜਾਂਦਾ ਹੁੰਦਾ ਹੈ। ਠੀਕ ਹੈ, ਬਾਕੀ 2 ਮੈਥਡ ਰਹਿ ਗਏ, ਉਹ ਆਪਾਂ ਕੱਲ੍ਹ ਕਰਾਂਗੇ। ਥੈਂਕ ਯੂ।